चरना विखे लवाइए हाजरियाँ गुरु का बख्शिया। फतेह दा नारा करिए बुलंद गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला पंजवा। जिथे नाम जपिए प्रभ प्यारे, से अस्थल सोइन चौबारे। जिथे नाम न जपिए मेरे गोबिंदा, से नगर उजाड़ी जियो। हर रुखी रोटी खाए संभाले, हर अंतर बाहर नदर निहाले। खाए खाए करे बद फैली, जान विसु की बाणी जियो। खाए खाए करे बद फैली, जान विसु की वाणी जियो। वाहिगुरु। ये पवित्र वचन पंजवें पातशाह शहीदां दे सरताज छत्र चवर तखत दे मालक दो जहान के वाली आप परमेश्वर सतगुरु धन धन साहिब श्री गुरु अर्जन देव महाराज जी दे उचारण किए हुए हैं, जिन्हां दे विच परमेश्वर दे नाम की महिमा दसते हुए धन धन श्री गुरु अर्जन देव महाराज जी बख्शिश करते हैं कि जिस घर विच परमेश्वर का नाम जपिया जाता है, वो घर सुंदर लगते हैं। वो हिरदे रूपी घर भी सुंदर लगते हैं, वो इट्टां दे घर भी सुंदर लगते हैं जिथे परमेश्वर का नाम जपिया जाता। वो झोंपड़ी, वो छपरी, वो छन भी चंगी लगती है जिथे नाम जपण वाले वसदे होण। ते दूजे पासे भावें महल कोठियां बंगले होण, पर जिन्हां विच नाम नहीं जपिया जाता वो उजाड़ की तरह है। धन धन श्री गुरु अर्जन देव महाराज जी का यह पवित्र वचन श्री ग्रंथ साहिब जी के पवित्र अंग 105 उपर दूसरा शब्द सुभाएमान है। तो आओ सरवण करिए गुरु पातशाह जी शब्द राही की बख्शदे हन। माज महला पंजवा। जिथे नाम जपिए प्रभ प्यारे, से अस्थल सोइन चौबारे। ओ स्थान, ओ सिंपल घर, ओ छन, ओ घर, ओ कोठी, ओ चबारा सुंदर लगता है जिथे परमेश्वर का नाम जपिया जाता है। दूसरा अर्थ है वो शरीर, ते शरीर के उत्ते चबारा है साडा सिर, साडा दिमाग, साडी सुरत बुद्धि। पातशाह कहते जिस सुरत रूपी चौबारे विच इन्हां साडे पंजा कर्म इंद्रे, पंजा ज्ञान इंद्रियां जो चबारे दियां बारियां हन, कन, अखां, नासका, मुख आदि, ये मानो साडे चबारे दियां बारियां।
ਕਹਿੰਦੇ ਉਹ ਚੁਬਾਰੇ, ਉਹ ਦਿਮਾਗ, ਉਹ ਸੁਰਤ, ਉਹ ਸਿਰ ਚੰਗੇ ਹਨ। ਉਹ ਹਿਰਦਾ ਰੂਪੀ ਛਪਰੀ ਚੰਗੀ ਹੈ, ਜਿਸ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ, ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਸੇ ਅਸਥਲ ਸੋਇਨ ਚੌਬਾਰੇ, ਉਹ ਅਸਥਾਨ, ਉਹ ਘਰ, ਉਹ ਹਿਰਦੇ, ਉਹ ਮਨੁੱਖ ਚੰਗੇ ਲੱਗਦੇ ਆ ਜਿੱਥੇ ਨਾਮ ਜਪਿਆ ਜਾਂਦਾ ਹੈ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਤੇ ਉਹ ਘਰ ਵਸਦੇ ਹੋਏ, ਨਗਰ ਵਸਦੇ ਹੋਏ ਪਿੰਡ ਸ਼ਹਿਰ ਵੀ ਪਾਤਸ਼ਾਹ ਜੀ ਕਹਿੰਦੇ ਉਜਾੜ ਦੀ ਤਰ੍ਹਾਂ ਹੈ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛੀਏ ਤੇ ਉਹ ਵੀ ਇੱਦਾਂ ਦਾ ਬਚਨ ਬਿਆਨ ਕਰਦੇ ਹੈ, ਕਬੀਰਾ ਜਿਹ ਕਰ ਸਾਧ ਨ ਸੇਵੀਐ, ਹਰ ਕੀ ਪੂਜਾ ਨਾਹੀਂ। ਜਿਸ ਘਰ ਵਿੱਚ ਗੁਰੂ ਨੂੰ ਯਾਦ ਨਹੀਂ ਕੀਤਾ ਜਾਂਦਾ, ਜਿਸ ਘਰ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੇ ਚਰਨ ਹੀ ਨਹੀਂ ਪੈਂਦੇ ਜਾਂ ਪਵਾਏ ਜਾਂਦੇ, ਜਿਸ ਘਰ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ, ਜਿਸ ਘਰ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਹੀ ਨਹੀਂ ਕੀਤੀ ਜਾਂਦੀ, ਉਹ ਘਰ ਸ਼ਮਸ਼ਾਨ ਘਾਟ ਵਰਗੇ ਆ। ਤੇ ਸ਼ਮਸ਼ਾਨ ਘਾਟ ਵਿੱਚ ਰਹਿਣ ਵਾਲੇ ਕੌਣ ਹੁੰਦੇ ਆ? ਭੂਤ ਪ੍ਰੇਤ। ਕਬੀਰ ਜੇਕਰ ਸਾਧ ਨ ਸੇਵੀਐ, ਹਰ ਕੀ ਪੂਜਾ ਨਾਹੇ। ਹਰੀ ਦੀ ਸਿਮਰਨ ਭਜਨ ਬੰਦਗੀ ਨਹੀਂ ਹੁੰਦੀ, ਸਾਧੂਆਂ ਦੀ ਸੇਵਾ ਨਹੀਂ ਹੁੰਦੀ। ਤੇ ਕਰ ਮਰਹਟ ਸਾਰਖੇ, ਸਾਰਖੇ ਹੁੰਦੇ ਆ ਵਰਗੇ। ਉਹ ਘਰ ਸ਼ਮਸ਼ਾਨ ਘਾਟ ਵਰਗੇ ਆ ਤੇ ਉਹਦੇ ਵਿੱਚ ਰਹਿਣ ਵਾਲੇ ਭੂਤਾਂ ਵਰਗੇ ਆ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਆਓ ਜਿੱਥੇ ਰੱਬ ਦੇ ਪਿਆਰੇ ਵਸਦੇ ਆ, ਅਸਲ ਵਿੱਚ ਉਹ ਹੀ ਨਗਰ ਜਿਹੜੇ ਹਨ ਬੜੇ ਸੁੰਦਰ ਹੁੰਦੇ ਹਨ। ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਦਾ ਕਾਰਨ ਵੀ ਦੱਸਿਆ, ਉਥਾਨਕਾ ਜਿਸ ਨੂੰ ਕਹਿੰਦੇ ਹਨ, ਕਿ ਸ਼ਬਦ ਕਦੋਂ ਕਿਵੇਂ ਕਿਉਂ ਉਚਾਰਿਆ ਗਿਆ। ਕਹਿੰਦੇ ਇੱਕ ਵਾਰ ਦੀ ਵਾਰਤਾ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸਿੱਖਾਂ ਸਮੇਤ ਗੋਇੰਦਵਾਲ ਸਾਹਿਬ ਤੋਂ ਵਿਚਰਦੇ ਹੋਏ, ਚੱਲਦੇ ਹੋਏ 3-4 ਮੀਲ ਪੱਛਮ ਦੇ ਵੱਲ ਚਲੇ ਗਏ ਹਨ। ਤੇ ਅੱਗੇ ਇੱਕ ਨਗਰ ਆਇਆ ਖਾਨਪੁਰਾ, ਜੋ ਪਠਾਨਾਂ ਦਾ ਪਿੰਡ ਸੀਗਾ। ਉੱਥੋਂ ਲੰਘ ਰਹੇ ਸਨ ਤੇ ਠੰਡ ਦਾ ਮੌਸਮ ਸੀ ਤੇ ਉੱਤੋਂ ਵਰਖਾ ਸ਼ੁਰੂ ਹੋ ਗਈ। ਤੇ ਸਤਿਗੁਰਾਂ ਦੇ ਨਾਲ 5 ਸਿੱਖ, ਭਾਈ ਜੇਠਾ, ਭਾਈ ਬਿਧੀ ਚੰਦ, ਭਾਈ ਪਿਰਾਣਾ, ਭਾਈ ਗੁਰਦਾਸ ਆਦਿ ਸਿੱਖ ਸਨ। ਤਾਂ ਮੌਸਮ ਦਾ ਵਿਗੜਨਾ ਦੇਖ ਕੇ ਬਾਰਿਸ਼ ਦਾ ਮੌਸਮ ਬਣ ਗਿਆ। ਠੰਡ ਦਾ ਦਿਨ ਸੀਗੇ, ਸਿਆਲ ਦੇ ਦਿਨ ਸਨ। ਸਿੱਖਾਂ ਨੇ ਸੋਚਿਆ ਵੀ ਇਹ ਨੇੜੇ ਪਿੰਡ ਆ ਗਿਆ, ਕਿਉਂ ਨਾ ਇੱਥੇ ਰੁਕ ਜਾਈਏ, ਇੱਥੇ ਰਾਤ ਕੱਟ ਲਈਏ, ਫਿਰ ਅੱਗੇ ਚਲੇ ਜਾਵਾਂਗੇ। ਤਾਂ ਬੇਨਤੀ ਕੀਤੀ ਭਾਈ ਗੁਰਦਾਸ ਸਿੰਘ ਵਰਗੇ ਸਿੱਖਾਂ ਨੇ, ਭਾਈ ਗੁਰਦਾਸ ਜੀ ਹੋਰਾਂ ਨੇ, ਕਿ ਪਾਤਸ਼ਾਹ ਆ ਨਗਰ ਆ ਗਿਆ ਹੈ ਤੇ ਮੌਸਮ ਖਰਾਬ ਹੋ ਗਿਆ ਹੈ, ਤੇ ਕਿਉਂ ਨਾ ਆਪਾਂ ਇਸ ਨਗਰ ਵਿੱਚ ਰੁਕ ਜਾਈਏ, ਕੁਝ ਸਮਾਂ ਇੱਥੇ ਲੰਘਾ ਲਈਏ, ਫਿਰ ਅੱਗੇ ਚੱਲਾਂਗੇ। ਤਾਂ ਭਾਈ ਬਿਧੀ ਚੰਦ ਕਹਿਣ ਲੱਗੇ, ਮਹਾਰਾਜ ਮੈਨੂੰ ਵੇਖ ਕੇ ਆਉਣ ਦਿਓ, ਗਿਆ ਤਾਂ ਕੀ ਵੇਖਦਾ ਹੈ ਕਿ ਪਠਾਨਾਂ ਦੇ ਘਰਾਂ ਵਿੱਚ ਕਿਤੇ ਸ਼ਰਾਬਾਂ ਚੱਲ ਰਹੀਆਂ, ਕਿਤੇ ਬੇਸਵਾ ਨੱਚ ਰਹੀ ਹੈ, ਕਿਤੇ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਹੋ ਰਹੀਆਂ। ਭਾਵ ਪਠਾਨਾਂ ਦੇ ਘਰਾਂ ਵਿੱਚ ਰੰਗ ਨਾਚ ਹੋ ਰਹੇ ਨੇ। ਭਾਈ ਬਿਧੀ ਚੰਦ ਆ ਕੇ ਕਹਿਣ ਲੱਗਿਆ, ਮਹਾਰਾਜ ਇੱਥੋਂ ਦੇ ਤਾਂ ਲੋਕ ਹਨ ਇਸ ਤਰ੍ਹਾਂ ਦੇ, ਕਿਤੇ ਪ੍ਰਾਹੁਣੇ ਆਏ ਹੋਏ ਆ, ਸ਼ਾਇਦ ਲੋਕਾਂ ਦੇ ਘਰਾਂ 'ਚ ਵਿਆਹ ਵੂ ਰੱਖੇ ਹੋਏ ਨੇ,
और कोई शराबां पी रहा, किते इस्त्रियां नच रही, बेसवावां नच रही न, ते मेरा इत्थे रुकण नूं जी नहीं कीता। सतगुर कहण लगे फिर चलो अगे चलदे हैं। जे तुहाडा आराम करन दा ख्याल है तो इत्थों मील किते एक साडा प्रेमी सिख रहिंदा है, भाई हेमा। चलो हेमे कोले चल के रुकांगे। वो प्यारा है, सिमरन करन वाला बंदा है, चलो उहदे कोल चलदे हाँ। ते जदों भाई हेमे दे कोल गए तो वह बेचारा गरीब सिख सीगा, उहदी कानियां दी छपरी पाई हुई सी। ते वेख करके भाई गुरदास जी होरी कहंदे महाराज इत्थे तां रहण नूं जगह ही बहुत थोड़ी है, ते एक छपरी है। तो जिस वेले वो जगह ते सतगुरु आए तो हेमे नूं वेख्या, भाई हेमा मजदूरी करते सन, शरीर ते कंबल जा लै लेना, सियाल दे मौके समा लंघा लेना। खेतां विचों जिथे दाने हुंदे सन उन्हां नूं चुक के लियाउणा, अपने घर पी के राहियां नूं प्रशादा छका देना ते परमेश्वर दा भजन करना। रहिंदा सी गरीबी दे विच, पर प्रेमा भगती विच डुबिया रहिंदा सी। दूजे पासे पिछों टप के आए हैं, वो पिंड पठाणा दा है, खानपुरा, जिस दे विच बंदे तां पैसे करके अमीर है, पर विषय विकारां विच डुबे हुए हैं। ते जिस वेले भाई हेमे दे घर पहुँचे ते भाई हेमे ने सतगुरां नूं आउंदे देखिया, ते उसने अपने उपर लई हुई भूरी, वो भूरा जिहड़ा सी, जिन्हों आपां कंबल कह दिंदे आ, पहलां भूरा भूरी कहने सी, तो वो कंबल अपने शरीर तो लाह करके सतगुरां दे बैठण लई विछा दिता। और भाई हेमे दे उस कंबल के उपर सतगुरु पातशाह अते पंजे सिख विराजमान हो गए। फिर भजन बंदगी करने वाला भाई हेमा उसने भोजन प्रशादा सतगुरां लई सिखां लई तैयार किया और सतगुरां नूं छपरी दे विच बिठा करके आप चक्की ते आटा पी के प्रशादा तैयार करके सारियां नूं छकाउणा कीता। बड़ी खुशी हुई। तो उस वेले धन गुरु अर्जन देव महाराज जी ने दोने स्थानां दा ध्यान धरिया। एक वो पठाना दा पिंड जिथे चवारे तो बने हुए सी, घर तो वधिया बने हुए सी, पर विच उन्हां दे रंग नाच हो रहे हैं, शराबां दे दौर चल रहे हैं, मांस मिट्टी के दौर चल रहे हैं, बेसवा नच रही हैं। तो एक आ साडा सिख भाई हेमा जिस दे कोल माया करके भावें गरीबी है, घर भावें सिंपल है या छपरी है, पर वैसे राजा है, रब दे रंग विच डुबिया होया, रब नाल जुड़िया होया। ये सानू राजा लगदा है ते ओ सानू कंगाल लगदे है। ये सानू वसदा लगदा है, वो सानू उजड़े लगदे है। क्योंकि किसी भी शब्द नूं उचारन दा कोई ना कोई पिछे उहदे कारण जरूर है। उथानका जिसनूं असीं कहंदे हां, ते ये उथानका है, ये शब्द ही ते पातशाह जी कहंदे सिखो माज महला पंजवा जिथे नाम जपीए प्रभ प्यारे। जिथे परमेश्वर का नाम जपिया जाता है वो सिंपल घर भी महलों वर्गे हैं। को सतनाम श्री वो सिंपल घर, वो छपरी, वो झोंपड़ी भी जिथे रब दे रंगे हुए वसते हैं, नाम जपण वालियां रूहां वसदियां, वो घर सोहणे लगदे आ। जिथे नाम जपिए प्रभ प्यारे से अस्थल सोहन चौबारे। वो अस्थान, वो चौबारे, वो कोठियां, वो घर, वो सिंपल झोंपड़ियां भी चंगियां लगदियां है। जिथे नाम ना जपिए मेरे प्यारे।
जिथै नाम ना जपिए मेरे गोविंदा सेई नगर उजाड़ी जियो। ਤਾਂ ਗੋਇੰਦਵਾਲ ਸਾਹਿਬ ਤੋਂ ਗਏ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ, ਸਿੱਖੋ ਜਿੱਥੇ ਉਸ ਗੋਬਿੰਦ ਦਾ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਘਰ ਉਜਾੜਾ ਵਰਗੇ ਹੈ। ਉਹ ਘਰ ਵਸਦੇ ਨਹੀਂ, ਉਹ ਉਜਾੜ ਹਨ। ਜਿਸ ਤਰ੍ਹਾਂ ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਸਾਥੀਆਂ ਨਾਲ ਜਾ ਰਹੇ ਆ ਜੰਗਲ 'ਚੋਂ। ਦੂਰ ਤੱਕ ਜਦੋਂ ਕੋਈ ਬੰਦਾ ਦਿਖਾਈ ਨਾ ਦਿੱਤਾ ਤੇ ਭਾਈ ਮਰਦਾਨਾ ਜੀ ਕਹਿੰਦੇ ਇਹ ਤਾਂ ਬੜਾ ਭਿਆਨਕ ਜੰਗਲ ਹੈ ਜੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਮਰਦਾਨਿਆ, ਇਹ ਜੰਗਲ ਨਹੀਂ, ਇਹ ਵਸਦੀ ਹੈ, ਭਾਵੇਂ ਨਗਰ ਹੈ। ਮਹਾਰਾਜ ਉਹ ਕਿਵੇਂ? ਜੇ ਜੰਗਲ ਦੇ ਵਿੱਚ ਰੱਬ ਦੇ ਪਿਆਰੇ ਵਸਦੇ ਹੋਣ ਉਹ ਜੰਗਲ ਨਹੀਂ ਹੁੰਦਾ। ਦੂਜੇ ਪਾਸੇ ਜਿਹੜੇ ਨਗਰਾਂ ਦੇ ਵਿੱਚ ਰੱਬ ਦੇ ਨਵਣ ਵਾਲੇ ਨਾ ਵਸਦੇ ਹੋਣ, ਵਿਸ਼ੇ ਵਿਕਾਰੀ ਲੋਕ ਰਹਿੰਦੇ ਹੋਣ, ਉਹ ਨਗਰ ਵੀ ਉਜਾੜਾ ਵਰਗੇ ਹੁੰਦੇ ਆ। ਤੇ ਜਿਹੜੀਆਂ ਉਜਾੜਾਂ ਦੇ ਵਿੱਚ ਵੀ ਰੱਬ ਦੇ ਪਿਆਰੇ ਰਹਿੰਦੇ ਹੋਣ ਉਹ ਜੰਗਲ ਵੀ ਵਸਦੀ ਹੁੰਦੀ ਹੈ, ਉਹ ਨਗਰ ਵੀ ਸ਼ਹਿਰਾਂ ਵਰਗੇ ਹੁੰਦੇ ਹਨ ਉਹ ਜੰਗਲ। ਇਸ ਕਰਕੇ ਜੰਗਲ ਦੇ ਵਿੱਚ ਰੱਬ ਦੇ ਪਿਆਰੇ ਨਾਮ ਜਪਦੇ ਆ ਮਰਦਾਨਿਆਂ ਬੈਠ ਕੇ ਕਦੇ ਕਿਤੇ ਕਿਤੇ। ਇਸ ਕਰਕੇ ਇਹਨੂੰ ਤੂੰ ਜੰਗਲ ਨਾ ਕਹਿ, ਜੰਗਲ ਉਹ ਆ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਕਬੀਰ ਸਾਹਿਬ ਜੀ ਮੁਤਾਬਕ ਉਹ ਘਰ ਸ਼ਮਸ਼ਾਨ ਘਾਟ ਵਰਗੇ ਹੈ, ਉਹਦੇ ਵਿੱਚ ਰਹਿਣ ਵਾਲੇ ਬੰਦੇ ਨਹੀਂ ਭੂਤ ਪ੍ਰੇਤ ਹਨ। ਜਦੋਂ ਸ਼ਰਾਬਾਂ ਪੀ ਕੇ ਮਿੰਟ 'ਚ ਲੜਾਈ ਹੋ ਜਾਂਦੀ ਆ, ਲੜਾਈ ਦਾ ਨਾਚ ਹੋ ਜਾਂਦਾ ਘਰ ਦੇ ਵਿੱਚ, ਜਿਵੇਂ ਭੂਤ ਨੱਚਦੇ ਐ, ਫਿਰ ਸਾਰੇ ਪਰਿਵਾਰ ਦੇ ਮੈਂਬਰ ਇੱਦਾਂ ਇੱਕ ਦੂਜੇ ਨਾਲ ਲੜਨ ਲੱਗ ਜਾਂਦੇ ਆ, ਤਾਂ ਮਾਨੋ ਉਹ ਘਰ ਵੀ ਸ਼ਮਸ਼ਾਨ ਘਾਟ ਵਰਗੇ ਹਨ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਿਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਉਹ ਛਪਰੀ ਦੇ ਵਿੱਚ ਜਾ ਕੇ ਬੈਠੇ ਤੇ ਖੁਸ਼ੀ ਦੇ ਵਿੱਚ ਆ ਕੇ ਇਹ ਸ਼ਬਦ ਉੱਥੇ ਉਚਾਰਿਆ। ਅੱਗੇ ਬਖਸ਼ਿਸ਼ ਕਰਦੇ ਹਨ, ਜਿੱਥੇ ਨਾਮ ਨ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜਿਉ। ਉਹਨਾਂ ਦੇ ਨਾਲੋਂ ਤਾਂ ਉਹ ਲੋਕ ਚੰਗੇ ਨੇ ਕਿਹੜੇ? ਹਰ ਰੁੱਖੀ ਰੋਟੀ ਖਾਏ ਸੰਭਾਲੈ। ਜਿਹੜੇ ਰੁੱਖਾ ਮਿੱਸਾ ਖਾ ਕੇ ਵੀ ਨਾਮ ਜਪਦੇ ਆ, ਪਰਮੇਸ਼ਰ ਨੂੰ ਯਾਦ ਕਰਦੇ ਆ। ਜਿਵੇਂ ਪ੍ਰੀਤਮ ਦਾ ਬਚਨ ਹੈ ਬਾਣੀ ਦੇ ਵਿੱਚ, ਕੱਕਰ ਚੁਗਣ ਥਲ ਵਸਨ ਰੱਬ ਨ ਛੋਡਣ ਪਾਸ। ਉਹਨਾਂ ਬੰਦਿਆਂ ਨਾਲੋਂ ਪੰਛੀ ਚੰਗੇ ਹਨ ਜਿਹੜੇ ਜੰਗਲਾਂ ਵਿੱਚੋਂ ਦਾਣੇ ਚੁਗਦੇ ਆ। ਕੱਕਰ ਹੁੰਦਾ ਰੋੜਾਂ ਵਾਂਗੂ ਦਾਣੇ ਚੁਗਣੇ ਡਿੱਗੇ ਹੋਏ ਖਿੰਡੇ ਹੋਏ। ਕਹਿੰਦੇ ਦੇਖੋ ਪੰਛੀ ਜਿਹੜੇ ਜੰਗਲਾਂ ਵਿੱਚੋਂ ਦਾਣਾ ਚੁਗਦੇ ਆ, ਆਪਦੀ ਖੁਰਾਕ ਚੁਗਦੇ ਆ, ਖਾਂਦੇ ਆ, ਪਰ ਰੱਬ ਨੂੰ ਯਾਦ ਰੱਖਦੇ ਆ ਉਹ ਪੰਛੀ ਵੀ। ਕੱਕਰ ਚੁਗਣ ਥਲ ਵਸਨ ਰੱਬ ਨ ਛੋਡਣ ਪਾਸ। ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਤੇ ਤ੍ਰਿਗ ਹੈ ਉਹਨਾਂ ਦੇ ਜੰਮਣ ਦੇ ਜਿਉਣ ਦੇ, ਜਿਨ੍ਹਾਂ ਨੇ ਕੋਲ ਸਭ ਕੁਝ ਹੁੰਦੇ ਹੋਏ ਹਜੇ ਹੋਰ ਮੰਗਦੇ ਆ ਤੇ ਰੱਬ ਦਾ ਸ਼ੁਕਰੀਆ ਕਰਦੇ ਨਹੀਂ, ਧੰਨਵਾਦ ਕਰਦੇ ਨਹੀਂ। ਬਾਬਾ ਫਰੀਦ ਜੀ ਕਹਿੰਦੇ ਕਿ ਇੱਕ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ, ਨਾਮ ਜਪਦਾ ਹੈ, ਉੱਠ ਕੇ ਪਰਮੇਸ਼ਰ ਨਾਲ ਜੁੜਦਾ ਹੈ, ਉਹ ਚੰਗਾ ਹੈ। ਇੱਕ ਉਹ ਵੀ ਮਨੁੱਖ ਹੈ ਜਿਨ੍ਹਾਂ ਦਾ ਉੱਠਣ ਨੂੰ ਜੀ ਨਹੀਂ ਕਰਦਾ, ਕਹਿੰਦੇ ਰਾਤ ਹੋਰ ਲੰਬੀ ਹੋ ਜੇ ਥੋੜ੍ਹੀ ਜੀ।
ਬਾਬਾ ਫਰੀਦ ਕਹਿੰਦੇ ਰਾਤ ਇੰਨੀ ਲੰਬੀ ਹੋ ਗਈ ਕਿ ਮੇਰੇ ਪਏ ਪਏ ਦੇ ਪਾਸੇ ਦੁਖਣ ਲੱਗ ਗਏ। ਧੁੱਖ ਧੁੱਖੇ ਉੱਠਣ ਪਾਸ, ਕਹਿੰਦੇ ਲੰਬੇ ਪਏ ਦੇ ਮੰਜੇ ਤੇ ਮੇਰੇ ਪਾਸੇ ਦੁਖਣ ਲੱਗ ਪਏ, ਢੂਈ ਦੁਖਣ ਲੱਗ ਪਈ। ਤੇ ਧਰੇਗਾ ਉਹਨਾਂ ਲੋਕਾਂ ਦੇ ਜਿਹੜੇ ਉੱਠ ਕੇ ਨਾਮ ਨਹੀਂ ਜਪਦੇ। ਕਹਿੰਦੇ ਰਾਤ ਥੋੜ੍ਹੀ ਜਿਹੀ ਹੋਰ ਲੰਬੀ ਹੁੰਦੀ ਤੇ ਘੰਟਾ ਹੋਰ ਸੌਂ ਲੈਂਦੇ। ਕੋਈ ਸਤਨਾਮ। ਕਬੀਰ ਰਾਤੀ ਲੰਬੀਆਂ, ਰਾਤਾਂ ਵੱਡੀਆਂ। ਕਬੀਰ ਰਾਤੀ ਵੱਡੀਆਂ, ਧੁੱਖ ਧੁੱਖੇ ਉੱਠਣ ਪਾਸ। ਧ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਨੂੰ ਹਜੇ ਹੋਰ ਸੌਣ ਦਾ ਇਰਾਦਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲਾਂਬੈ ਗੋੜ ਪਸਾਰ। ਇੱਕ ਦਿਨ ਐਸਾ ਸੌਵੇਗਾ ਲੱਤਾਂ ਸਿੱਧੀਆਂ ਕਰ ਦੇਣਗੇ ਖਿੱਚ ਕੇ ਅਗਲੇ, ਤੇ ਲੱਕੜਾਂ 'ਚ ਧਰ ਦੇਣਗੇ, ਮੁੜ ਕੇ ਠਾਉਣਾ ਕਿਸੇ ਨੇ ਨਹੀਂ। ਪ੍ਰੀਤਮ ਜੀ ਕਹਿੰਦੇ ਧੰਨ ਆ ਉਹ ਘਰ, ਧੰਨ ਆ ਉਹ ਸਿੰਪਲ ਘਰ, ਚਾਹੇ ਝੌਂਪੜੀ ਵੀ ਕਿਉਂ ਨਾ ਹੋਵੇ ਉਹ ਚੰਗੀ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਯਾਤਰਾ ਆਰੰਭ ਕਰਦੇ ਆ ਨਨਕਾਣਾ ਸਾਹਿਬ ਤੋਂ, ਤੇ ਸਿੱਧੇ ਜਾ ਕੇ ਪਹੁੰਚਦੇ ਆ ਅਹਿਮਦਾਬਾਦ ਭਾਈ ਲਾਲੋ ਦੇ ਘਰ। ਔਰ ਭਾਈ ਲਾਲੋ ਦੇ ਘਰ ਵਿੱਚ ਜਾ ਕਰਕੇ ਨਮਸਕਾਰ ਕਰਦੇ ਹਨ, ਭਾਈ ਲਾਲੋ ਨੂੰ ਮਿਲਦੇ ਹਨ। ਗੁਰੂ ਪਿਆਰਿਓ, ਤੇ ਰੱਬ ਦਾ ਪਿਆਰਾ ਜਾਣ ਕੇ ਭਾਈ ਲਾਲੋ ਦੇ ਕੋਲ ਲਗਭਗ ਮਹੀਨਾ ਭਰ ਕੱਟਦੇ ਆ, 25 ਦਿਨ। ਰੋਜ਼ਾਨਾ ਭਾਈ ਲਾਲੋ ਦੇ ਕੋਲ ਪ੍ਰਸ਼ਾਦਾ ਵੀ ਛਕਦੇ ਆ। ਜਿਵੇਂ ਅਗਲੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਹਨ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਰੁੱਖਾ ਮਿੱਸਾ ਜੋ ਦਿੱਤਾ ਪਰਮੇਸ਼ਰ ਨੇ, ਉਹਨੂੰ ਖਾ ਕੇ ਵੀ ਪਰਮੇਸ਼ਰ ਦਾ ਸ਼ੁਕਰੀਆ ਕਰਨਾ। ਕਈਆਂ ਨੂੰ 36 ਪ੍ਰਕਾਰ ਦੇ ਭੋਜਨ ਵੀ ਨੱਕ ਹੇਠਾਂ ਨਹੀਂ ਆਉਂਦੇ, ਪਸੰਦ ਨਹੀਂ ਆਉਂਦੇ। ਆ ਕੱਚੀ ਆ, ਪਿੱਲੀ ਆ, ਆ ਵਧੀਆ ਨਹੀਂ ਬਣੀ, ਇਹ ਸਵਾਦ ਨਹੀਂ ਬਣੀ। ਇੱਕ ਉਹ ਹੈ ਰੁੱਖੀ ਮਿੱਸੀ ਖਾ ਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਅੱਜ ਦਾ ਦਿਨ ਚੜ੍ਹਿਆ, ਭੋਜਨ ਬਖਸ਼ਿਆ, ਤੇਰਾ ਸ਼ੁਕਰ ਹੈ। ਹਾਂ, ਰੁੱਖੀ ਰੋਟੀ ਖਾਏ ਸੰਭਾਲੇ। ਜਿਹੜੇ ਰੁੱਖੀ ਮਿੱਸੀ ਖਾ ਕੇ ਵੀ ਰੱਬ ਦਾ ਧੰਨਵਾਦ ਕਰਦੇ ਆ, ਉਹਨੂੰ ਯਾਦ ਕਰਦੇ ਆ, ਉਹਦਾ ਸ਼ੁਕਰੀਆ ਕਰਦੇ ਆ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਜਿਹੜੇ ਉਹਨੂੰ ਯਾਦ ਕਰਦੇ ਆ, ਹਰੀ ਵੀ ਉਹਨਾਂ ਨੂੰ ਅੰਦਰ ਬਾਹਰ ਹਰ ਥਾਂ 'ਤੇ ਸੰਭਾਲਦਾ ਹੈ। ਹਰ ਅੰਤਰ ਬਾਹਰ ਨਜ਼ਰ ਨਿਹਾਲੇ, ਹਰੀ ਵੀ ਉਹਨਾਂ ਦੀ ਨਿਗਾਹ ਰੱਖਦਾ। ਜਿਹੜੇ ਹਰੀ ਨੂੰ ਯਾਦ ਰੱਖਦੇ ਆ, ਹਰੀ ਉਹਨਾਂ ਦੀ ਨਿਗਾਹ ਰੱਖਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਸਾਹਿਬ ਭਾਈ ਲਾਲੋ ਜੀ, ਉਹਨਾਂ ਦੇ ਘਰ ਤਾਂ 25 ਦਿਨ ਪ੍ਰਸ਼ਾਦਾ ਛਕਦੇ ਆ। ਤੇ ਇੱਕ ਦਿਨ ਮਲਕ ਭਾਗੋ ਨੇ ਆਪਣੇ ਬੰਦੇ ਭੇਜੇ ਕਿ ਮੈਂ ਬ੍ਰਹਮ ਭੋਜ ਕੀਤਾ ਹੈ। ਅੱਜ ਆਪਾਂ ਲੰਗਰ ਕਹਿੰਦੇ ਆ, ਪਹਿਲਾਂ ਜਗ ਕਹਿੰਦੇ ਸੀ, ਬ੍ਰਹਮ ਭੋਜ ਕਹਿੰਦੇ ਸੀ ਰੱਬ ਦੇ ਨਾਂ 'ਤੇ। ਤੋ ਇਹ ਮਲਕ ਭਾਗੋ ਇੱਕ ਮੰਤਰੀ ਸੀਗਾ, ਉਸ ਮੌਕੇ ਦੇ ਰਾਜੇ ਦਾ ਮੰਤਰੀ ਸੀਗਾ। ਔਰ ਇਹ ਸਾਲ ਛਮਾਹੀ ਇੱਕ ਅੱਧਾ ਲੰਗਰ ਲਾ ਦਿੰਦਾ ਵੱਡਾ, ਦੇਸੀ ਘਿਓ ਦਾ, ਪੂਰੀਆਂ ਛੋਲਿਆਂ ਦਾ, ਹੋਰ 36 ਪ੍ਰਕਾਰ ਦੇ ਭੋਜਨ ਬਣਾ ਦਿੰਦਾ ਸਾਲ ਆਪਣੇ ਸਾਲ ਛਮਾਹੀ ਇੱਕ ਅੱਧੀ ਵਾਰੀ। ਫਿਰ ਸਾਰੇ ਪਿੰਡ ਨੂੰ ਇਹ ਸੱਦਾ ਦਿੰਦਾ ਵੀ ਸਾਡੇ ਘਰੇ ਬ੍ਰਹਮ ਭੋਜ ਖਾਣ ਵਾਸਤੇ ਆਓ। ਇਹ ਬੰਦੇ ਭੇਜਦਾ, ਪਿੰਡ ਵਿੱਚ ਸੱਦਾ ਦੇ ਕੇ ਆਉਂਦੇ। ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਉੱਥੇ ਸਨ ਤੇ ਉਹ ਸਮਾਂ ਆ ਗਿਆ ਤੇ ਇਹਨੇ ਜਗ ਕੀਤਾ। ਤੇ ਜਗ ਕਰਨ ਤੋਂ ਬਾਅਦ ਇਸ ਨੇ ਆਪਣੇ ਬੰਦੇ ਭੇਜੇ ਜਿਨ੍ਹਾਂ ਨੇ ਸੱਦੇ ਦਿੱਤੇ, ਤੇ ਉਹਨਾਂ 'ਚੋਂ ਇੱਕ ਇਹਨਾਂ ਦਾ ਸੱਦਾ ਦੇਣ ਵਾਲਾ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲ ਗਿਆ, ਟੱਕਰ ਗਿਆ। ਕਹਿਣ ਲੱਗਿਆ, ਮਹਾਰਾਜ ਤੁਸੀਂ ਕਿੱਧਰ ਚੱਲੇ ਹੋ? ਪਾਤਸ਼ਾਹ ਕਹਿੰਦੇ ਮੈਂ ਤਾਂ ਖੇਤਾਂ ਵੱਲ ਚੱਲੇ ਹਾਂ।
क्योंकि रात भाई लालो दे घरे करते सी, तड़के खेतों में जाके भजन बंदगी च बह जाते। कहते किवें आ महाराज, अज तुहानूं पता है अपने मलक भागो मंत्री साहब के घरे लंगर है, ब्रह्म भोज है, सारे पिंड नूं सदा दिता, तुसीं भी चलो। तो उदों कमाल की गल हो गई जदों बाबा नानक जी कहते मैं तो उन्होंने जानता नहीं भाई, कहो सतनाम कौन है वो। जदों किसी बहुत मशहूर बंदे नूं कोई बंदा कह दे मैं तो तैनूं जानता नहीं, उन्होंने गुस्सा बड़ा चढ़ता। धन गुरु नानक देव जी कहते कौन है मलक भागो, मैं तो जानता नहीं। वो बंदा कह लग्या लो सारी दुनिया दे विच मशहूर है, वड्डा मंत्री है, राजा साहब है, तुसीं जानते नहीं ना। कहते मैं नहीं जानता। कहते फिर चल के लंगर छको। कहते मैं तो आउंदा नहीं, सन तां रुखी मिस्सी जिथों मिल गई छक लई, सानूं कोई सवादा नाल नहीं। वो बंदे ने जा करके ना उही गल्लां होर भी वधा चढ़ा के मलक भागो नूं दसदियां। कहना जी सोडे ब्रह्म भोज की बेअदबी की किने? वो जिहड़ा लालो दे घरे, लालो तखान दे घरे तपा आया, लोकां विच अपने आप नूं वड्डा रब कहाउंदा है, नानक तपा। मैं उन्होंने सुनेहा लाया सीगा बई मलक भागो दे घरे चल के प्रशादा छको, ब्रह्म भोज है, अज उन्हां दे घरे जग है, लंगर है। उल्टा मैनू कहना मैं तो जानता ही नहीं। कहते अच्छा मैनू जानता नहीं हो। कई बारी लड़ाई करता होया कोई अमीर बंदा गरीब नाल लड़दा, कहना तो मैनू जानता नहीं, मैं कौन हाँ। कहो सतनाम, अच्छा वो मैनू जानता नहीं हैगा। जाओ उन्होंने दोबारे सुनेहा दे के आओ भी हले लंगर चल रहा है, तो आके लंगर छके। दो बंदे फिर गए, शामां दा समा हो गया। उस वेले बाबा जी घरे आ गए मुड़ के लालो दे। आवाज़ मारी, लालो आ तपा है? लालो कहते हैगा। किवें आ? बाहर भेजो। धन गुरु नानक जी उठ के बाहर आ गए अंदरों। हाँ दस भाई। महाराज जी सानू भेजिया मलक भागो ने, उहदे घरे ब्रह्म भोज है अज, ते चल के भोजन छको। बाबा जी कहते इत्थे छक लिया भाई, नाले असीं उहनूं जानते नहीं, साडा की लैण देना उहदे नाल, सानू भुख नहीं हैगी ना छकण। उन्हां बंदियां ने मुड़ के जाके होर भी वधा चढ़ा के दो कहतियां मलक भागो नूं। मलक भागो नूं गुस्सा आ गया, कहंदा ऐ करो 5-6 जने जाओ, फिर जे ना आवे तो वाहां तो फड़ के लियाओ, उन्होंने धक्के नाल लैके आओ। हुण मंत्री सीगा, मंत्री दे भेजे 5-7 बंदे गए, आवाज़ मारी तपे नानक। बाबा जी कहते दसो। चल तैनू मंत्री साहब ने सद्दिया है, मलक भागो ने सद्दिया है। वो भाई साडा उहदे नाल की हिसाब किताब है, असीं नहीं खाना चाहुंदे, फिर क्यों लैके जाने हो? कहते नहीं देख तैनू जाना पैना, नहीं तैनू असीं फड़ के लै जांगे। बाबा जी कहते फड़ के ले जाण दी की लोड़, असीं चलदे आ, चलो देख लैंदे की कहता वो। धन गुरु नानक देव जी उन्हां नाल तुर पे, ते मगरे ही भाई लालो तुर पे। आ भी गल की हो गई यार, समझ नहीं आउंदी। 4-5 गेड़े मार गए। तां धन गुरु नानक देव जी पहुँच गए अगे। मलक भागो मंत्री बैठा विहड़े च कुर्सी डाह के, लोग पंगतां ला के छकी जाते हैं, खीर पूड़े माह कड़ा आदि आदि जो कुछ बनिया उस घर विच। बाबा जी कहते हाँ दस बई मलक की कहना तू? कहता यार कमाल हो गई, तू भी खतरी मैं भी खतरी। बाबे नानक नूं कहना तू भी खतरी मैं भी खतरी, ते तू मेरे जग दी मेरे लंगर दी इज्जत नहीं रखी। वो शोधर लालो दे घरे रोज़ रोटियां खाई जाना, तू मेरे घरे अज एक दिन सद्दिया सी आया नहीं। बाबा जी कहते लिया की खवाउणा। पंगत च बह गए एक थां ते। सेवादार उहदे थाल दे विच समान पा के लियाए, पातशाह दे मूहरे रखता। ते पातशाह थाल दे वल देख के कहन लगे भी मैं तो नहीं खाना। क्यों? कहते इहदे विच खून ही खून फिरदा,
ਜਦੋਂ ਇੰਨੀ ਗੱਲ ਅਨੋਖੀ ਗੱਲ ਕਹੀ ਨਾ ਵੀ ਤੇਰੀਆਂ ਪੂਰੀਆਂ ਵਿੱਚ ਵੀ ਖੂਨ ਆ, ਤੇਰੀ ਦਾਲ ਵਿੱਚ ਵੀ ਖੂਨ ਆ, ਤੇਰੇ ਕੜਾਹ ਵਿੱਚ ਵੀ ਖੂਨ ਆ, ਖੀਰ ਵਿੱਚ ਵੀ ਖੂਨ ਆ। ਉਹ ਜਿਹੜੇ ਪ੍ਰਸ਼ਾਦਾ ਛਕ ਰਹੇ ਸੀ ਬੈਠੇ, ਉਹ ਵੀ ਉੱਠ ਕੇ ਖੜੇ ਹੋ ਕੇ ਤੇ ਝੁੰਡ ਬਣ ਗਿਆ। ਬਾਬੇ ਨਾਨਕ ਦੇ ਮਲਕ ਭਾਗੋ ਦੇ ਚਫੇਰੇ। ਮਲਕ ਭਾਗ ਕਹਿੰਦੇ ਕਿੱਥੇ ਹੈ ਖੂਨ? ਸਾਰਾ ਸਮਾਨ ਦੇਸੀ ਘਿਓ 'ਚ ਬਣਾਇਆ ਹੋਇਆ। ਜੀਵ ਦੇ ਸਵਾਦਾਂ ਵਾਲਿਆਂ ਨੂੰ ਤਾਂ ਸਵਾਦ ਦਿਸਦੇ ਐ, ਪਰ ਨਾਨਕ ਜੀ ਨੂੰ ਉਹਦਾ ਪਿਛੋਕੜ ਦਿਸਦਾ ਵੀ ਇਹ ਸਮਾਨ, ਇਹ ਰਾਸ਼ਨ ਆਇਆ ਕਿੱਥੋਂ ਹੈ? ਲੰਗਰ ਵਾਲਾ। ਕਹੋ ਸਤਨਾਮ ਸ੍ਰੀ। ਮਲਕ ਭਾਗੋ ਕਹਿੰਦਾ ਕਿੱਥੇ ਆ ਖੂਨ, ਵਿਖਾ ਮੈਨੂੰ। ਤੇ ਪਿੱਛੇ ਭਾਈ ਲਾਲੋ ਖੜਾ ਹੈ। ਲਾਲੋ ਕੰਨੀ ਦੇਖ ਕੇ ਕਹਿੰਦੇ ਲਾਲੋ ਘਰੇ ਪ੍ਰਸ਼ਾਦਾ ਪਿਆ ਕੋਈ? ਕਹਿੰਦਾ ਜੀ ਲੈ ਆਉਣਾ। ਕਹਿੰਦੇ ਜਾ ਲੈ ਕੇ ਆ ਇੱਕ ਪ੍ਰਸ਼ਾਦਾ। ਤੇ ਭਾਈ ਲਾਲੋ ਘਰੇ ਗਿਆ। ਸੁਬਾਹ ਦਾ ਬਚਿਆ ਇੱਕ ਪ੍ਰਸ਼ਾਦਾ ਜਿਹੜਾ ਸੀਗਾ ਉਹ ਪੌਣੇ ਵਿੱਚ ਲਪੇਟ ਕੇ ਚੱਕ ਲਿਆਇਆ। ਉਹ ਲਿਆ ਕਰਕੇ ਫੜਾ ਦਿੱਤਾ, ਲਓ ਮਹਾਰਾਜ। ਜਦੋਂ ਮਲਕ ਭਾਗੋ ਨੇ 5-7 ਵਾਰੀ ਕਿਹਾ ਵਿਖਾ ਕਿੱਥੇ ਆ ਖੂਨ? ਕਹਿੰਦੇ ਵਿਖਾਉਣੇ ਆ। ਫਿਰ ਲਿਆ ਲਾਲੋ। ਕਹਿੰਦੇ ਲਾਲੋ ਦਾ ਪ੍ਰਸ਼ਾਦਾ ਸੱਜੇ ਹੱਥ 'ਚ ਫੜਿਆ, ਇਸ ਤਰ੍ਹਾਂ ਮੁੱਠੀ ਦੇ ਵਿੱਚ ਫੜੀ ਰੋਟੀ, ਤੇ ਖੱਬੇ ਹੱਥ ਵਿੱਚ ਉਹਦੀਆਂ ਪੂਰੀਆਂ ਫੜੀਆਂ। ਤੇ ਜਦੋਂ ਐ ਦੱਬ ਕੇ ਨਿਚੋੜੀਆਂ ਤੇ ਉਹਨਾਂ ਵਿੱਚੋਂ ਵਾਕਿਆ ਹੀ ਪੂਰੀਆਂ 'ਚ ਖੂਨ ਟਪਕਿਆ ਤੇ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਡਿੱਗਣ ਲੱਗੀਆਂ। ਉਹ ਵੇਖਣ ਵਾਲੇ ਜਿਹੜੇ ਖਾ ਰਹੇ ਸੀ ਜਾਂ ਖਾ ਚੁੱਕੇ ਸੀ ਸਾਰੇ ਹੈਰਾਨ ਹੋ ਗਏ ਜਦ ਖੂਨ ਡਿੱਗਿਆ ਪੂਰੀਆਂ 'ਚੋਂ। ਉਹ ਕਹਿੰਦੇ ਵੀ ਖੂਨ ਦੇ ਵਿੱਚ ਬਣਾਈਆਂ, ਖੂਨ ਕਿੱਥੋਂ ਆ ਗਿਆ? ਮਲਕ ਭਾਗੋ ਕਹਿੰਦਾ ਤੂੰ ਛਲ ਕਰਦਾ, ਇਹ ਤੂੰ ਆਪਦੀ ਰਿੱਧੀ ਸਿੱਧੀ ਦੇ ਨਾਲ ਖੂਨ ਵਿਖਾਇਆ, ਮੈਂ ਖੂਨ ਕਿੱਥੋਂ ਆ ਗਿਆ? ਬਾਬਾ ਜੀ ਕਹਿੰਦੇ ਗੱਲ ਸੁਣ, ਇਹ ਖੂਨ ਪੂਰੀਆਂ ਦਾ ਹੀ ਹੈ, ਮੇਰੀਆਂ ਤਾਕਤਾਂ ਦਾ ਨਹੀਂ ਹੈ। ਇਹ ਜਿਹੜੀਆਂ ਤੂੰ ਪੂਰੀਆਂ ਬਣਾਈਆਂ, ਜਿਹੜਾ ਇਹਨਾਂ ਵਾਸਤੇ ਪੈਸਾ ਆਇਆ ਸੀ ਉਹ ਕਿੱਥੋਂ ਆਇਆ ਸੀਗਾ? ਐਂ ਦੱਸ ਪਹਿਲਾਂ। ਕਹਿੰਦਾ ਉਹ ਕਿੱਥੋਂ ਆਇਆ ਸੀ? ਕਹਿੰਦੇ ਰਿਸ਼ਵਤਾਂ ਲੈ ਕੇ, ਆ ਮਹਿੰਗਾਈ ਵਧਾ ਕੇ, ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਵਧੀ ਹੋਈ ਹੈ ਤੇ ਆਪਾਂ ਰੋਂਦੇ ਹੋਏ ਤੇਲ ਵੀ ਖਰੀਦਦੇ ਹਾਂ, ਸਰਦਾ ਨਹੀਂ ਗਾ। ਰੋਂਦੇ ਹੋਏ ਖਾਣ ਪੀਣ ਦਾ ਸਮਾਨ ਵੀ ਲੈਂਦੇ ਹਾਂ, ਸਰਦਾ ਨਹੀਂ ਗਾ। ਪਰ ਦਿੰਦੇ ਤਾਂ ਰੋਂਦੇ ਹੋਏ ਆ ਨਾ। ਮਹਿੰਗਾਈ ਕਰਕੇ, ਨਾ ਸਰਨ ਕਰਕੇ ਸਮਾਨ ਖਰੀਦਣਾ ਪੈਂਦਾ। ਲੇਕਿਨ ਇਹ ਮਹਿੰਗਾਈ ਵਧਾਈ ਕਿਹਨੇ? ਇਹਨਾਂ ਮੰਤਰੀਆਂ ਸੰਤਰੀਆਂ ਨੇ, ਇਹਨਾਂ ਸਰਕਾਰਾਂ ਨੇ, ਦੇਸ਼ ਦੀਆਂ ਸਰਕਾਰਾਂ ਨੇ, ਰਾਜਿਆਂ ਨੇ ਵਧਾਈ ਹੈ ਨਾ। ਤੇ ਬਾਬਾ ਜੀ ਕਹਿੰਦੇ ਆ ਜਿਹੜਾ ਖੂਨ ਨਿਕਲਿਆ ਨਾ, ਇਹ ਗਰੀਬਾਂ ਦੀਆਂ ਆਹਾਂ ਹੈ, ਜਿਹੜੀਆਂ ਤੂੰ ਰਿਸ਼ਵਤਾਂ ਲੈਣਾ ਕੰਮ ਕਰਨ ਦੀਆਂ, ਜਿਹੜੀ ਤੂੰ ਮਹਿੰਗਾਈ ਵਧਾਈ ਹੈ ਦੇਸ਼ ਦੇ ਵਿੱਚ, ਇਹ ਸੋਡੀਆਂ ਲੁੱਟੇ ਹੋਏ ਮਾਲ ਦੀ ਰਾਸ਼ਨ ਹੈ। ਇਹ ਰਿਸ਼ਵਤਾਂ ਦਾ, ਲੁੱਟੇ ਹੋਏ ਮਾਲ ਦਾ, ਮਹਿੰਗਾਈ ਵਧਾ ਕੇ, ਜਨਤਾ ਨੂੰ ਦੁੱਖ ਦੇ ਕੇ, ਟੈਕਸ ਲਾ ਕੇ ਜਿਹੜਾ ਤੂੰ ਪੈਸਾ ਇਕੱਠਾ ਕਰਦਾ ਨਾ, ਹੁਣ ਤੂੰ 1 ਸਾਲ ਬਾਅਦ ਇਹ ਲੰਗਰ ਲਾ ਕੇ ਲੋਕਾਂ ਦੇ ਮੂੰਹ 'ਚੋਂ ਖਵਾਉਣਾ ਚਾਹੁੰਦਾ ਬਈ ਬੱਲੇ ਬੱਲੇ ਮਲਕ ਭਾਗੋ ਮੰਤਰੀ ਬਹੁਤ ਚੰਗਾ ਹੈ, ਐ ਨਹੀਂ ਚੰਗਾ ਬਣਦਾ ਤੂੰ। ਕੋਈ ਸਤਨਾਮ। ਉਸ ਵੇਲੇ ਜਦ ਮਲਕ ਭਾਗੋ ਦੇ ਮੂੰਹ 'ਤੇ ਇੱਦਾਂ ਦੀਆਂ ਗੱਲਾਂ ਕਹੀਆਂ ਤੇ ਫਿਰ ਤੁਹਾਨੂੰ ਪਤਾ ਹੈ ਮੰਤਰੀ ਫਿਰ ਹੰਕਾਰੀ ਲੋਕ, ਸਖਤ ਲੋਹਾ, ਸਖਤ ਲੋਹੇ 'ਤੇ ਸੱਟ ਮਾਰੀਏ ਟੁੱਟ ਜਾਂਦਾ, ਮੁੜਦਾ ਨਹੀਂ। ਤੇ ਮਲਕ ਭਾਗੋ ਵੀ ਹੰਕਾਰੀ, ਇਹਦੇ ਹੰਕਾਰ 'ਤੇ ਸੱਟ ਵੱਜੀ। ਅੱਜ ਜਦੋਂ ਭਰੀ ਸਭਾ ਦੇ ਵਿੱਚ ਨਗਰ ਨਿਵਾਸੀਆਂ ਦੇ ਵਿੱਚ ਮਲਕ ਭਾਗੋ ਨੂੰ ਕਿਹਾ ਕਿ ਤੂੰ ਲੁੱਟਮਾਰ ਕਰਦਾ, ਤੇਰਾ ਕਮਾਇਆ ਹੋਇਆ ਇਹ ਪੈਸਾ ਜਿਹੜਾ ਇਹ 10 ਨੰਬਰ 1 ਨੰਬਰ ਦਾ ਹੈ, 1 ਨੰਬਰ ਦਾ ਨਹੀਂ ਹੈ, 2 ਨੰਬਰ ਦਾ। ਤੂੰ ਲੰਗਰ ਲਾ ਕੇ ਇਹਨੂੰ 1 ਨੰਬਰ ਦਾ ਬਣਾਉਣਾ ਚਾਹੁੰਦਾ ਹੈ, ਤੂੰ ਇਸ ਕਾਲੇ ਧਨ ਨੂੰ ਚਿੱਟਾ ਕਰਨਾ ਚਾਹੁੰਦਾ। ਐ ਨਹੀਂ ਹੁੰਦਾਗਾ। ਬਸ ਮਲਕ ਭਾਗੋ ਨੇ ਮਾਫੀ ਤਾਂ ਕੀ ਮੰਗਣੀ ਸੀ, ਮਾਫੀ ਕਿੱਥੇ ਮੰਗਦਾ? ਆਕੜਿਆ ਹੋ ਬੰਦਾ ਕਿੱਥੇ ਮੁੜਦਾ? ਇਹਦੀ ਧੌਣ ਦੇ ਵਿੱਚ ਹੰਕਾਰ ਦਾ ਕਿੱਲਾ ਕਿ ਮੈਂ ਮੰਤਰੀ। ਉਸ ਵੇਲੇ ਇਹਨੇ ਮਾਫੀ ਨਹੀਂ ਮੰਗੀ ਔਰ ਧੰਨ ਗੁਰੂ ਨਾਨਕ ਦੇਵ ਜੀ ਉਵੇਂ ਲੱਗਿਆ ਹੋਇਆ ਥਾਲ ਛੱਡ ਕੇ ਘਰੇ ਆ ਗਏ ਤੇ ਨਾਲੇ ਕਹਿੰਦੇ ਆਓ ਭਾਈ ਲਾਲੋ ਹਰ ਰੁੱਖੀ ਰੋਟੀ ਖਾਏ ਸੰਭਾਲੈ। ਜਿਹਦੇ ਘਰੇ ਰੁੱਖੀ ਮਿੱਸੀ ਬਣਦੀ ਆ ਪਰ ਪਰਮੇਸ਼ਰ ਨੂੰ ਯਾਦ ਕਰਦਾ, ਮੈਨੂੰ ਉਹ ਬਹੁਤ ਚੰਗਾ ਲੱਗਦਾ। ਲਾਲੋ ਦੇ ਘਰੇ ਰੋਜ਼ ਹੀ ਬ੍ਰਹਮ ਭੋਜ ਹੁੰਦਾ।
दसां नौहां की किरत करके लकड़ां घड़ के लोहा घड़ के लोगों का मेहनत करके काम करके जिहड़ा पैसा लैंदा फिर उहदे नाल लंगर बनदा वो मैनूं छकाउंदा है। वो तो रोज़ ही ब्रह्म भोज चलदा, तूं तां एक दिन चलाउणा। वो भी लोगों के लुटे माल दा को सतनाम सी, वो भी लोगों के लुटे हुए माल दा मैनूं ये प्रवान नहीं है, रब नूं प्रवान नहीं है तेरी यह मेहनत। आ देख इधर लालो के घरे लंगर चलदा जिहड़ा इत्थे दुध निकलदा है, दसां नौहां की किरत दा बनिया होया ते तेरा लोकां दा खून निचोड़ के बनिया होया। ते मलक भागो ने गुरु प्यारिओ उस वेले फिर की सोचिया बई ये साध नूं कदे फसाऊंगा, क्योंकि अपनी ताकत नूं वेखदे आ ना फिर ये मैं मंत्री हाँ ते मैं कोई ना कोई पुट्ठा सीधा इल्जाम ला के फसाऊंगा। धन गुरु नानक देव जी उस तो बाद भी उत्थे रहिंदे रहे। किते कुदरती उन्हां दिनां दे विच जिस राजे दा ये मंत्री सीगा उहदा मुंडा बीमार सीगा, पिछले कई दिनों तो बीमार चल रहा सीगा, कई महीनों तो, ते दवाई कोई लगती नहीं सी। ते कुदरती एक दिन वो राजा कहन लगे आ मलक यार कोई दस अपा, मेरा तो मुंडा ठीक नहीं हो रहा, एक कोई मुंडा है मेरा। मलक भागो की सूई बजी बाबे नानक ते, कहना किसी साध नूं फड़ो, जे दवाई नहीं लगती कोई ना कोई साध कृपा करे तो दवाई लग सकती है। वो कहना बथेरे साधां नूं वेख लिया, कवरां ते मत्थे चढ़ा ले, कवरां ते कपड़े चढ़ाते, बहुत सारे पीरां फकीरां औलियां नूं मना लिया, लस्सियां फातियां जिवें अपने हिंदुस्तान च लोग पाउंदे आ, बाबे दी लस्सी पायो खबरा ठीक हो जाए। कहना मैं बहुत कुछ कर लिया पर मुंडा ठीक नहीं होया। मलक भागो कहना एक साध मेरी निगाह च है, उहनूं फड़। वो किहड़ा? वो जिहड़ा तपा रहिंदा लालो दे घरे, लालो तखान दे घरे रहिंदा तपा नानक, ਉਹਦੇ ਕੋਲ बड़ी शक्ति है, पर एक शर्त है भी उन्हें तेरा मुंडा ठीक नहीं करना, मैनू ये भी पता। वो ठीक कर सकता पर उन्हें जवाब दे देना। उन्होंने सदो, नहीं आता तो फड़ के लियाओ, वो तो ठीक कराओ, उन्हें जवाब देना तो फड़ के जेल च करो। उन्होंने आपका पॉइंट वरत लिया ना। पिछे ख्याल तो सीगा बाबे नानक नूं जेल च करन दा, मुंडा किहड़ा ठीक कराउणा सी इन्हां ने। ते राजा सिक्ख्या सिखाया अपने बंदियां कहना जाओ बई जाओ तपे नूं सद के लियाओ लालो दे घरों। लालो दे घरे बंदे आ गए, आवाज़ पारी लालो तपा हैगा जी? हैगा, बाहर भेजियो। बाबा नानक जी बाहर आ गए। हाँ भाई तपे तैनू राजे ने बुलाया। बाबा जी कहते किहड़ा राजा, की गल है यार, काहदे वास्ते बुलाया? कहते भी काम है, तुसीं नाल चलो साडे। पहला बाबा ने जवाब कहना मैं नहीं जानता, मैं राजे किसी नूं जानदा ही नहीं गा। पता सीगा भी मलक भागो ने भेजे आ बंदे ये। उन्हें जाके जवाब दिता, राजा थोड़ा गुस्से च आ गया भी वेखो मैं राजा मेरे कहे तो आया नहीं गा। चार पांच बंदे भेजते, कहते तपे नानक साडे नाल चल वड़, नहीं तेनों फड़ के लै जाएंगे। कहते यार फड़ के काहदे वास्ते ले जाना है, गल की है दसो? कहते नाल चल। चलो राजे कोले पहुँच गए। हाँ भी राजा साहब दसो की गल है? राजा कहना पहला तू मेरे सदे तो आया क्यों नहीं? कहना सानू कोई लोड़ ही नहीं किसी की, तू काम दस की है। हुण वर्णन तो मलक भागो वाली सी सिखाई हुई। कहना गल यह है कि मेरा मुंडा पिया बीमार, उन्होंने ठीक कर दे, नहीं मैं तेनों अंदर कर दूंगा। खाओ सतनाम। साधुआं तो काम है थोड़ा लिया जाता होंगे, साधुआं तो प्यार नाल सेवा करके उन्होंने जल पानी छका के जदों खुशी दे विच आउण फिर वो कुछ कर सकते हैं। कहना नहीं मैं तेनों अंदर कर दूंगा। बाबा जी कहते राजा साहब वो ਜਿਹੜੇ बच्चे के मोह ਵਿੱਚ ਐਡੀਆਂ ਐਡੀਆਂ ਗੱਲਾਂ ਕਰਦਾ, घरों पता मगा मर गया कि जिउंदा है कि मर गया। और राजे ने बंदा भेजा कहने जा पता कर मुंडे का की हाल है।
जद महलों वाल एक बंदा गया तो उधरों एक बंदा भजिया आउंदा, कहने किवें आ, कहने मुंडा मर गया, हुणे ही मरिया। कहू सतनाम सी। दोने वापस राजे कोले आ गए, कहते राजा साहब मुंडा तो मर गया। हुण जे उन्होंने बोलण का ढंग हुंदा, रब दे प्यारिਆਂ तो कुछ लैण का ढंग हुंदा ते वो प्यार नाल बोलदा ते सतगुर तां मुर्दियां नूं भी जिउंदे कर दिंदे। पर वो कहना मैं तेनों अंदर कर दूंगा। मलक भागो का सिखाया होया सी ना, इस करके वो राजे का लड़का भी गुजर गया, मलक भागो कुछ नहीं कर सकिया। इस करके रब के नाम दे विच पावर है। आपां गल कर रहे सी अज दे शब्द विच, जिथे नाम जपिया भरा प्यारे से अस्थल सोहन चौवारे। जिथे नाम जपिया जाता है से अस्थल सोहन चौवारे, वो चौबारे भी चंगे लगते हैं, भाव वो सिर भी चंगा लगता है। शरीर एक बिल्डिंग है, ये उत्ते सिर चौबारा है। चौबारे विच आपां रहने आ, 10वें द्वार च रहना चाहिए। कोई सतनाम ਜਿਹੜੇ ਇੱਥੇ चढ़ के नाम जपते हैं चौबारे विच जाके, भाव सुरत नूं शब्द नाल जोड़ के ਜਿਹੜੇ नाम जपते हैं वो घर सोहणे लगते हैं। से अस्थल सोहन चौबारे जिथे नाम न जपिया मेरे गोविंदा, सही नगर उजाड़ी जियो। वो नगर चंगे लगते हैं जिथे नाम जपिया जाता, जिथे नाम नहीं जपिया जाता वो नगर भी उजाड़ा वर्गे है, ते वो जंगल भी नगरां वर्गे जिथे नाम जपण वालियां रूहां वसदियां। हर रुखी रोटी खाए संभाले, वो परिवार चंगा है, वो घर चंगा है। रुखी मिसी खा के मेहनत दी 10 नौहां दी जिहड़ा हरी नूं संभालदा है, ते जिहड़ा हरी नूं संभालदा है हरी उन्हां नूं संभालदा है। हर अंतर बाहर नगर निहाले, हरी भी उन्हां दी हर थां ते निगाह रखदा है। नगर निहाले कृपा दृष्टि निगाह रखदा है उन्हां दी। पर दूजे पासे वो बंदे खाए खाए करे बद फैली, रब दियां दित्तियां खुराकां नूं खा के, रब दियां दित्तियां दातां नूं वरत के ते पुट्ठे सीधे काम करदे आ। पैसा खुला आ गया, फिर खुद भी शराबां पींदे आ ते अपने जवाकां नूं भी बिगाड़ लैंदे आ। जिथे 10 नौहां की किरत तो बगैर पैसा आउंदा ना, खुला पैसा रिश्वतां दा, रिश्वतां देण वाले झूठे बंदे पैकिंग करके लो जी ये गिफ्ट आ, तो वो गिफ्ट फिर खाने तो बच्चियां नहीं है ना, तो बच्चे बिगड़ जाते हैं। कोई सतनाम, बच्चों दी बुद्धियां, बच्चों के दिमाग खराब हो जाते हैं, बच्चे नशियां विच पै जाते हैं, पुट्ठे पासे पै जाते हैं, वो घर फिर उजड़ जाते हैं। सही नगर उजाड़ी जी, वो घर ही उजड़ जाते हैं। फिर जिथे माड़ा पैसा आ गया, जिथे लोगों के कोलों धक्के दे नाल उन्हां दी मजबूरी करके रिश्वतां लईआं, वो रिश्वतां लिया के बच्चियां नूं खवाईआं, खाए खाए करे बदफैली, बदफैलियां कीतियां, शराबां पीतियां, विषे विकार भोगे। उस पैसे दे नाल मत मारी जाती आ। जान विसो की वाड़ी जियो, वो पैसा फिर जहर बन जाता है, वो पैसा जहर बन जाता है। इस करके आप जी नूं याद होना है, जिस वेले गुरु गोबिंद सिंह जी ने आनंदपुर साहब नूं छड्डिया ना, उस वेले 18 अरब की माया, 18 अरब उस वेले सोना चांदी हीरे जवाहरात ये सारा इकट्ठा करवा लिया। माता गुजरी कहने पुत्र इहदा की करना, कहते ये सारा दरिया विच दफना देना है। कहो सतनाम, क्यों? ये सिखां नूं दे देना, तेरे कोल रहिंदी है इन्ने चिर तो गरीबी इन्हां दे घरां विच, तू इन्हां नूं दे दे ताकि ये अपने परिवारां नूं दे देण, छक छका लैणगे बच्चे इन्हां दे। ते पातशाह दा जवाब देखो कैसा सी, माता जी मैनूं थोड़ा जिहा जहर लिया के दिओ पहलां। कहो सतनाम, क्यों? जहर जहर मैं खाना, तू मरना जहर खा के, तो फिर सिखा ने मरना। ये जहर है, ये पूजा का धान चंगे कामां ते लाया जा सकता है, सांझे कामां ते लाया जा सकता है, लोड़वंदां दी मदद की जा सकती है। पर जे कोई लालच करके ये पूजा का धान आपदे घरां नूं लिजावे, उन्हां दीयां कुल्लां खत्म हो जांदियां। कहो सतनाम, मैं सिखां नूं मारना। इतिहास दीयां साखियां, इतिहास गवाह इन्हां गल्लां दा। गुरु साहिबां ने एक पैसा 18 अरब
सतलुज के किनारे ते एक वड्डा टोहा पटाया शामां नूं। सिखां नूं कहंदे इत्थे वड्डा सारा डूंगा टोहा पट्टो। टोहा पट्टिया गया तो फिर कहते लियाओ पा लिओ टोकरे भर लिओ सारे समान दे। ते सारा समान लिया लिया के उहदे विच सिड़दे गए। तो एक सिख ने की कीता पता, एक तंदी सी कमान दी रस्सी, वो कहते वो तीर कमान दी रस्सी खराब होनी है, उन्हें सोचा भी आ तंदी तो रख लेने आ, को सतनाम आ तंदी तो रख लेने अपने कमान दे पा लांगे, अपनी पुरानी जी हुई पई आ। उन्हें वो तंदी लक नाल भलेट ली, लक ते बन ली ते लक ते बन ली। तो गुरु साहब नूं पता लग गया। कहते वो सिखा लक ते की बनिया? कहने जी कुछ नहीं, रस्सी आ, काली रस्सी है, कमान की रस्सी है जी, मेरी खराब जी हुई सी, मैं चल बन लांगे, इत्थे काहनूं सिटनी आ? कहने खोल के सिट बिचे। ये पूजा का धान मैं अपने बच्चों नूं नहीं खाण देना कि कोई माँ प्यो अपने बच्चे नूं जहर खवाउंदा। इस करके गुरु घर दे विच आई हुई माया गुरु दे चरनी ला के अमृत बनती आ, सांझे कामां ते वरती जा सकती है। पर जदों कोई इस ते कब्जा करदा है, इसनूं आपदे निजी स्वार्थां वास्ते वरतना चाहुंदा है, आपदियां कुर्सियां प्राप्त करने वास्ते वरतदा है, आपदियां मंत्री पद लैण वास्ते इस माया नूं वरतदा है, ते फिर उन्हां दे नाल बहुत भैड़ी हुंदी है। उन्हां दियां अगे चल के फिर कुल्लां खत्म हो जांदियां ने, समाप्ति हो जाती है उन्हां दी। को सतनाम। इस करके रुखी रोटी हर रुखी रोटी खाए संभालै, अंतर बाहर नज़र निहालै, उन्होंने गुरु संभालदा है। पर दूजे खाए खाए करे बदफैली, जिहड़े दसां नौहां की किरत करन दी बजाए रिश्वत दा, धर्म के चढ़ावे का, पूजा के चढ़ावे का पैसा खा के फिर बदफैलियां करते आ। ये गल्लां कोई गुझियां होईयां नहीं, सारी दुनिया नूं जग जाहर है। खा खा के जिन्होंने बदफैलियां कीतियां उन्हां दा की हाल होया, फिर अगे चल के उन्हां दियां खात्मे हो गए उन्हां दे, और जिहड़े अज करनगे उन्हां दे भी खात्मे हो जाण, क्योंकि इहदा कानून आ, धर्म का कानून है, परमेश्वर का कानून आ। जो गुरु अर्जन देव जी ने श्री ग्रंथ साहिब जी के 105 अंग उपर सुभायमान किया। खाए खाए करे बदफैली, जान विसो की वाड़ी जियो, ये जहर बन जाना, संता से ती रंग न लाए। बेअंत माया रब दी बनाई हुई वरतनी, टैक्स ला के रिश्वतां लैके झूठ तूफान बोल के इकट्ठी करनी, जां फिर चढ़ावे दा पूजा दा धान खाना। पातशाह जी कहते फिर की होवेगा अगे? संतां सेती रंग न लाए, साकत संग विकर्म कमाए। रब दे प्यारियां दी संगत नहीं करनी, माड़े लोकां दे नाल मिल के विकर्म माड़े कर्म करने, विकर्म चंगे कर्म ना करने, माड़े करने। संतां सेती रंग न लाए, साकत संग विकर्म कमाए। दुर्लभ देह खोई अज्ञानी, मूर्ख ने ए दुर्लभ मनुखा देही गवा लई। को सतनाम से आपदी भी गवा ली, आपदे जवाकां दी भी खराब करती, आप भी खत्म हो गया, कुल भी खत्म कर गए। कुल घाती आओ मनुख। पातशाह जी कहते दुर्लभ देह खोई गवा लई, अज्ञानी जड़ अपनी आप ही उपाड़ी जियो, आप दी जड़ आप ही पट लई। को सतनाम से आप दियां जड़ा आप ही पट लई। पंजवें पातशाह समय एक सिख रोजाना सेवा जाता श्री हरमंदिर साहब। उस वेले सारियां दा काम चल रहा, चूना बड़ा खुला बनता है, चूने विच रगड़ी हुई इट होंदी है, विच कली होंदी है, विच मसाले पा के तैयार किया जाता है चूना। अजकल सीमेंट है, उदों चूना बनता सी। चूना हुण गुरु घर खुला तैयार होंदा है, हरमंदिर साहब दे पौड़ बन रहे हैं, सरोवर दे होर सारा कुछ काम चल रहा है। ਉਹ सिख की घर वाली अपने घर वाले नूं कहन लगी ऐ करियो जी कि उतों ना किलो क चूना लियाओ। और रोन लग पे। आखो सतनाम। पंजवें पातशाह जी के समय की गल आ,
ਉਹ ਸਿੱਖ ਉੱਚੀ ਉੱਚੀ ਰੋਣ ਲੱਗ ਪਿਆ। ਕਹਿੰਦੀ ਮੈਂ ਤੈਨੂੰ ਕੀ ਕਹਿਤਾ? ਕਹਿਣ ਲੱਗਿਆ ਤੇਰੀ ਮੱਤ ਕਿਉਂ ਮਾਰੀ ਗਈ? ਤੂੰ ਕੀ ਖਾ ਲਿਆ ਇਹੋ ਜਿਹਾ? ਤੂੰ ਗੁਰੂ ਘਰ ਦੀ ਚੀਜ਼ ਘਰੇ ਵਰਤਣ ਬਾਰੇ ਸੋਚਿਆ ਤੇ ਸੋਚਿਆ ਕਿਵੇਂ? ਕਹੋ ਸਤਨਾਮ। ਤੂੰ ਮੈਨੂੰ ਇਹ ਗੱਲ ਕਹੀ ਕਿਵੇਂ ਵੀ ਉੱਥੋਂ ਚੂਨਾ ਲੈ ਕੇ ਆਈ ਘਰੇ? ਕਹਿੰਦੀ ਫਿਰ ਕੀ ਹੋ ਗਿਆ? ਚੂਹਿਆਂ ਦੀਆਂ ਖੱਡਾਂ ਮੈਂ ਉੱਥੇ ਪਾਉਣ ਦੀ ਗੱਲ ਕੀਤੀ ਸੀ। ਕਹਿੰਦੇ ਚੂਹੀਆਂ ਦੇ ਖੱਡਾਂ ਤੇ ਆਪ ਬਣਾ ਕੇ ਲਾ ਲਾ ਆਪਦਾ, ਮੈਂ ਉੱਥੋਂ ਤੈਨੂੰ ਇੱਕ ਡਲੀ ਲਿਆ ਕੇ ਦੇਣੀ। ਕਹੋ ਸਤਨਾਮ। ਇਦੋਂ ਮੁੜ ਕੇ ਗੱਲ ਸੋਚੀ ਵੀ ਨਾ। ਤੇ ਫਿਰ ਅੱਜ ਇਸੇ ਕਰਕੇ ਤਾਂ ਅਸੀਂ ਦੁਖੀ ਹਾਂ। ਕਹੋ ਸਤਨਾਮ। ਜੜ ਆਪਣੀ ਆਪ ਉਪਾੜੀ ਜੀਓ। ਸਾਡੇ ਦੁੱਖਾਂ ਦਾ ਕਾਰਨ ਹੀ ਇਹੀ ਆ ਕਿ ਅਸੀਂ ਉਸ ਮੱਤ ਨੂੰ ਛੱਡ ਦਿੱਤਾ ਹੈ। ਜੋ ਸਿੱਖ ਮੱਤ ਹੈ ਉਹਨੂੰ ਛੱਡ ਕੇ ਅਸੀਂ ਮਨ ਤੇ ਉਤਰੇ ਹਾਂ, ਤਾਈਓ ਦੁਖੀ ਹਾਂ। ਪ੍ਰੀਤਮ ਜੀ ਕਹਿੰਦੇ ਖਾਏ ਖਾਏ ਕਰੇ ਬਦਫੈਲੀ, ਜਾਨ ਵਿਸੋ ਕੀ ਵਾੜੀ ਜੀਓ। ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਕਰਨੀ, ਭਜਨ ਬੰਦਗੀ ਸਿਮਰ ਨਹੀਂ ਕਰਨਾ। ਸੰਤਾਂ ਸੇਤੀ ਰੰਗ ਨ ਲਾਏ, ਸਾਖਤ ਸੰਗ ਵਿਕਰਮ ਕਮਾਏ। ਦੁਲਭ ਦੇਹ ਖੋਈ ਅਗਿਆਨੀ, ਜਲ ਆਪਣੀ ਆਪ ਉਪਾੜੀ ਜੀਓ। ਆਓ ਫਿਰ ਗੁਰੂ ਅਰਜਨ ਦੇਵ ਜੀ ਸਾਡੇ ਵਾਸਤੇ ਬੇਨਤੀ ਵੀ ਕਰਦੇ ਆ ਤੇ ਸਾਨੂੰ ਵੀ ਸਲਾਹ ਦਿੰਦੇ ਆ। ਕੀ ਕਹਿੰਦੇ ਆ ਭਲਾ? ਆਓ ਅਰਦਾਸ ਕਰੀਏ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਕਿਰਪਾ ਕਰ ਇਹਨਾਂ ਤੇ, ਇਹ ਸਾਰੇ ਤੇਰੀ ਸ਼ਰਨ 'ਚ ਆਏ ਨੇ, ਸਾਡੇ ਵਾਸਤੇ ਅਰਦਾਸ ਕਰਦੇ ਆ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕੀ ਅਰਦਾਸੇ। ਗੁਰੂ ਸਾਹਿਬ ਸਲਾਹ ਮਸ਼ਵਰਾ ਦੇ ਕੇ ਸਾਨੂੰ ਸਮਝਾ ਕੇ ਨਾਮ ਦੀ ਮਹਿਮਾ ਦੱਸ ਕੇ ਸਾਡੀ ਹਾਲਤ ਵੇਖ ਕੇ ਮਾੜੀ ਸਾਡੇ ਵਾਸਤੇ ਰੱਬ ਅੱਗੇ ਅਰਦਾਸ ਵੀ ਕਰਦੇ ਆ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਹੇ ਸੁੱਖਾਂ ਦੇ ਸਾਗਰ ਮੇਰੇ ਗੁਰੂ ਗੋਪਾਲ ਪਰਮੇਸ਼ਰ, ਸ੍ਰਿਸ਼ਟੀ ਨੂੰ ਪਾਲਣ ਵਾਲਿਆ, ਕਰ ਕਿਰਪਾ ਨਾਨਕ ਗੁਣ ਗਾਵੇ। ਰਾਖੋ ਸ਼ਰਮ ਅਸਾੜੀ ਜੀਓ। ਸਾਡੀ ਇੱਜ਼ਤ ਰੱਖ ਲਓ, ਸਾਡੀ ਦਰਗਾਹ ਵਿੱਚ ਇੱਜ਼ਤ ਰਹਿ ਜੇ। ਸਾਡੀ ਵੀ ਕਿਤੇ ਉਹੀ ਹਾਲਤ ਨਾ ਹੋ ਜਾਵੇ ਜਿਹੜੀ ਤੂੰ ਬਾਣੀ ਵਿੱਚ ਕਹਿ ਰਿਹਾ ਹੈ। ਭਾਈ ਹੇਮਾ ਜਿਸ ਦੇ ਘਰ ਸਤਿਗੁਰ ਜੀ ਉਤਰੇ ਹੈ, ਉਹਨੇ ਵੀ ਬੇਨਤੀ ਕੀਤੀ ਹੋਣੀ ਹੈ ਇਹੋ ਜਿਹਾ ਸ਼ਬਦ ਸੁਣ ਕੇ ਸਤਿਗੁਰਾਂ ਦਾ ਵੀ ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਸਤਿਗੁਰੂ ਅਰਜਨ ਦੇਵ ਜੀ ਸਾਡੇ ਸਾਰਿਆਂ ਵਾਸਤੇ ਅਰਦਾਸ ਕਰਦੇ ਆ, ਹੇ ਪਰਮੇਸ਼ਰ ਇਹਨਾਂ ਤੇ ਕਿਰਪਾ ਕਰ, ਇਹ ਤੇਰੇ ਗੁਣ ਗਾਉਣ। ਰਾਖੋ ਸ਼ਰਮ ਅਸਾੜੀ, ਸਾਡੀ ਲਾਜ ਰੱਖ ਲਓ, ਸਾਡੀ ਇੱਜ਼ਤ ਰੱਖ ਲਓ। ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ। ਤਾਂ ਤੇ ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ। ਉਥਾਨਕ ਆਪਾਂ ਸਰਵਣ ਕੀਤੀ। ਜਦੋਂ ਇੱਕ ਨਗਰ ਚੋਂ ਲੰਘੇ, ਪਠਾਨਾਂ ਦੇ ਨਗਰ ਦੇ ਵਿੱਚ ਭਾਈ ਸਿੱਖਾਂ ਨੇ, ਭਾਈ ਗੁਰਦਾਸ ਵਰਗੇ, ਭਾਈ ਬਿਧੀ ਚੰਦ ਵਰਗੇ ਸਿੱਖਾਂ ਨੇ ਕਿਹਾ ਜੀ ਇੱਥੇ ਰੁਕ ਜਾਈਏ, ਆਪਾਂ ਇੱਥੇ ਰਾਤ ਕੱਟ ਲਈਏ, ਮੌਸਮ ਖਰਾਬ ਹੋ ਗਿਆ, ਇੱਕ ਤਾਂ ਠੰਡ ਹੈ ਉੱਤੋਂ ਮੀਂਹ ਦਾ ਮੌਸਮ ਬਣ ਗਿਆ। ਪਾਤਸ਼ਾਹ ਕਹਿੰਦੇ ਠੀਕ ਆ, ਪਤਾ ਕਰੋ ਪਿੰਡ ਵਿੱਚ ਕਿਹੋ ਜਿਹਾ ਪਿੰਡ ਆ। ਪਤਾ ਕੀਤਾ ਤੇ ਪਠਾਨਾਂ ਦੇ ਘਰਾਂ ਦੇ ਵਿੱਚ ਰੰਗ ਨਾਚ ਚੱਲ ਰਹੇ ਸੀ, ਸ਼ਰਾਬਾਂ ਚੱਲ ਰਹੀਆਂ ਸੀਗੀਆਂ। ਪਾਤਸ਼ਾਹ ਕਹਿੰਦੇ ਇੱਥੇ ਨਹੀਂ ਰੁਕਣਾ, ਅੱਗੇ ਚੱਲੋ। ਆਪਣੇ ਸਿੱਖ ਹੇਮੇ ਕੋਲ ਰੁਕਦੇ ਆ। ਹੇਮੇ ਕੋਲੇ ਜਾ ਕੇ ਰੁਕੇ। ਭਾਵੇਂ ਸਿੰਪਲ ਘਰ ਸੀਗਾ, ਝੌਂਪੜੀ ਵਿੱਚ ਵਸਦਾ ਸੀਗਾ, ਸਰੀਰ ਤੇ ਕੰਬਲ ਲੈ ਕੇ ਰੱਖਦਾ ਸੀਗਾ। ਉਹ ਕੰਬਲ ਦੇ ਉੱਤੇ ਪਾਤਸ਼ਾਹ ਨੂੰ, ਸਿੱਖਾਂ ਨੂੰ ਬਿਠਾਉਣਾ ਕੀਤਾ ਤੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਸਾਰੀ ਰਾਤ ਸਿਮਰਨ ਭਜਨ ਬੰਦਗੀ ਹੋਈ। ਤਾਂ ਉਸ ਝੌਂਪੜੀ ਨੂੰ ਪਾਤਸ਼ਾਹ ਨੇ ਭਾਗ ਲਾ ਦਿੱਤੇ। ਕਹੋ ਸਤਨਾਮ। ਉਹ ਝੌਂਪੜੀ ਚੰਗੀ ਹੈ। ਸੇ ਅਸਥਲ ਸੋਹਣ ਚੌਵਾਰੇ, ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਗੁਰੂ ਕਿਰਪਾ ਕਰਨ, ਸਾਨੂੰ ਸਮੱਤ ਆਵੇ, ਅਸੀਂ ਗੁਰਮਤਿ ਅਨੁਸਾਰ ਚੱਲ ਕੇ ਆਪਣਾ ਰਹਿੰਦਾ ਸਮਾਂ ਬਤੀਤ ਕਰੀਏ, ਗੁਰੂ ਚਰਨਾਂ ਨਾਲ ਜੁੜ ਕੇ ਸਫਲਾ ਕਰੀਏ। ਗੁਰੂ ਕਿਰਪਾ ਕਰਨ। ਆਓ ਸਮਾਪਤੀ ਕਰੀਏ। ਗੁਰੂ ਪਾਤਸ਼ਾਹ ਕਿਰਪਾ ਕਰਨ। ਫਿਰ ਉਸ ਤੋਂ ਉਪਰੰਤ ਅੱਜ ਮੱਸਿਆ ਦਾ ਦਿਹਾੜਾ ਹੈ, ਦੁਬਾਰਾ ਕੀਰਤਨ ਆਰੰਭ ਹੋਣਗੇ, ਜੋ ਆਪਾਂ ਸਰਵਣ ਕਰਾਂਗੇ, ਖੁੱਲ੍ਹੇ ਦੀਵਾਨ ਸਜਣਗੇ। ਆਓ ਦਾਸ ਨੂੰ ਬਖਸ਼ੋ ਖੁਸ਼ੇ, ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।